रविदास महाराज की जय। ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸਤੇਜ ਤੇ ਵਿਰਾਜਮਾਨ ਗੁਰੂ ਸਾਹਿਬਾਨ ਜੀ, ਪਾਵਨ ਦਰਬਾਰ ਵਿੱਚ ਜੁੜ ਬੈਠੀ ਸਮੂਹ ਸਾਧ ਸੰਗਤ ਜੀ, ਆਪ ਸਭ ਨੂੰ ਜੈ ਗੁਰੂਦੇਵ, ਜੈ ਗੁਰੂ ਰਵਿਦਾਸ ਜੀ ਮਹਾਰਾਜ। ਦਿਨ ਦਿਨ ਕਟਦਾ ਜਾਵੇ, ਅੱਜ ਦਾ ਦਾਮਨਾ ਕੱਲ ਪਵਾਵੇ। ਗੁਰਮੁਖ ਕਦਰ ਕਰੋ ਜੋ ਟੈਮ, ਆਪਣੇ ਆਪ ਤੇ ਕਰ ਲੋ ਰਹਿਮ। ਦਾਸ ਖਜ਼ਾਨ ਮਨ ਨੂੰ ਸਮਝਾਵੀ, ਟਾਈਮ ਭਜਨ ਦਾ ਨਾਹੀ ਗੁਆਵੀ, ਟਾਈਮ ਭਜਨ ਦਾ ਨਾਹੀ ਗੁਆਵੀ। ਬਾਣੀ ਸ੍ਰੀ ਸ੍ਰੀ 108 ਸਵਾਮੀ ਖਜ਼ਾਨਗਿਰੀ ਜੀ ਮਹਾਰਾਜ, ਡੇਰਾ ਸਵਾਮੀ ਸਿੰਗਾਰਾਗਿਰੀ ਜੀ ਮਹਾਰਾਜ, ਸ਼ਬਦ ਗੁਰੂ ਗੱਦੀ, ਪਲੌਟਾ ਸਾਹਿਬ, ਜੰਮੂ। ਕੇਂਦਰ ਦਿਮਾਗ ਮਾਨਸ ਕੋ ਦੀਨਾ, हर वस्तु जिसको है चीना। केंद्र दिमाग मानस को दीना, हर वस्तु जिसको है चीना। परम सत्कारयोग गुरु रूप गुरु प्यारी साध संगत जीओ, आप जी के चरणों विच दास दा कोटि कोटि नमन, कोटि कोटि प्रणाम। आज आप सब संगतां नूं जो नया वर्ष शुरू होने जा रहा है, आप सब संगतां नूं इस नਵੇਂ सरियाती साल दे विच गुरु सच्चे पातशाह जी आप जी नूं वंदगी प्रदान करे, सिमरन प्रदान करे, सेवा प्रदान करे, और जो रूहां इस नगर दियां ने बहुत प्रंता दे जो गुरुआं ने जिन्होंने अज पहले शुरुआत से रूहानियत जो परमेश्वर की रचाई हुई है, जिस विच मनुख आकर के अपने आप की पहचान करता है, ये बहुत वड्डी गल है कि संगतां नूं सत्संग प्राप्त हो रहा है, और दास भी मालक का शुकराना करता है, जिहदे विच संगतां दर्शन हो रहे ने, और सतगुर की महिमा गाउन का सुनन का जो सुभाग प्राप्त होया है। आओ मिल करके उस परम पिता परमेश्वर के मिलन के राह ते विचार करिए, क्योंकि प्यारे गुरमुखो, धन धन पिता स्वामी खजानगिर सच्चे पातशाह जी जिन्हों ने अपनी रूहानियत के राही मनुखता नूं ये संदेश दिता कि भलिओ तुहाडे कोल जो टाइम तुहानूं परमात्मा ने दिता है, ये टाइम तुहाडे कोल बार बार नहीं आना है।
ਇਹ ਜੋ ਹੁਣੇ ਤੁਹਾਨੂੰ ਮੌਕਾ ਪ੍ਰਾਪਤ ਹੋਇਆ, ਇਹਦੇ ਵਿੱਚ ਵੱਧ ਤੋਂ ਵੱਧ ਸੰਗਤ ਦੀ ਸੇਵਾ ਕਰਕੇ, ਭਜਨ ਸਿਮਰਨ ਕਰਕੇ ਇਸ ਮਨੁੱਖਾ ਜੀਵਨ ਦਾ ਲਾਭ ਉਠਾਓ ਔਰ ਆਪਣੇ ਤਾਂ ਹੀ ਉਠਾਵਾਂਗੇ ਇਸ ਮੌਕੇ ਦਾ ਫਾਇਦਾ ਜਦੋਂ ਅਸੀਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਹੋਰ ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਅਸੀਂ ਆਪਣੇ ਆਪ ਨੂੰ, ਦੁਨੀਆ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਗੁਰੂ ਮਹਾਰਾਜ ਜੀ ਇਹ ਗੱਲ ਕਹਿੰਦੇ ਨੇ ਕਿ ਜਿਸ ਨੇ ਰੂਹਾਨੀਅਤ ਦੇ ਜ਼ਰੀਏ ਆਪਣੇ ਆਪ ਨੂੰ ਪਹਿਚਾਨਿਆ ਆ, ਉਹਦਾ ਭਰਮ ਭੁਲੇਖਾ ਜਿਹੜਾ ਦੁਨੀਆ ਤੋਂ ਦੂਰ ਹੋ ਜਾਂਦਾ ਹੈ। ਹੋਰ ਤਰੀਕੇ ਹੱਥ ਕੰਡੇ ਕਈ ਤਰ੍ਹਾਂ ਦੇ ਤੁਸੀਂ ਅਪਣਾਉਂਦੇ ਨੇ, ਜਿਹਦੇ ਨਾਲ ਸਾਨੂੰ ਦੁਨੀਆ ਨੂੰ ਜਾਣਨ ਦੇ ਬਾਰੇ ਪ੍ਰੇਰਨਾ ਮਿਲਦੀ ਹੈ। ਔਰ ਦੁਨੀਆ ਨੂੰ ਜਾਣ ਕੇ ਲੈਣਾ ਵੀ ਕੀ ਹੈ ਪਿਆਰੇ ਗੁਰਮੁਖੋ? ਜਿਨ੍ਹਾਂ ਨੇ ਦੁਨੀਆ ਨੂੰ ਜਾਣ ਕੇ ਕੁਝ ਲਿਆ, ਉਹ ਦੁਨੀਆ ਦਾ ਹੀ ਹੋ ਕੇ ਰਹਿ ਗਿਆ ਹੈ, ਪਰਮਾਤਮਾ ਦਾ ਨਹੀਂ ਹੋਇਆ। ਜੇ ਦੁਨੀਆ ਨੂੰ ਜਾਣੋਗੇ ਤਾਂ ਦੁਨੀਆ ਦੇ ਹੋ ਕੇ ਰਹਿ ਜਾਓਗੇ, ਤੇ ਜੇ ਆਪਣੇ ਆਪ ਨੂੰ ਜਾਣੋਗੇ ਪਰਮੇਸ਼ਵਰ ਨੂੰ ਜਾਣ ਜਾਓਗੇ। ਇਸ ਕਰਕੇ ਅੱਜ ਸਤਿਗੁਰੂ ਸਵਾਮੀ ਖਜ਼ਾਨਵੀ ਸੱਚੇ ਪਾਤਸ਼ਾਹ ਜੀ ਅੱਜ ਤੁਹਾਨੂੰ ਉਹ ਰੂਹਾਨੀਅਤ ਦਾ ਪਾਠ ਪੜ੍ਹਾ ਰਹੇ ਨੇ ਜੋ ਹਰ ਇੱਕ ਦੇ ਵਾਸਤੇ ਬਹੁਤ ਜ਼ਰੂਰੀ ਹੈ, ਅਨਿਵਾਰਯ ਹੈ। ਕਿਉਂਕਿ ਇਹ ਮਨੁੱਖਤਾ ਜੋ ਵੀ ਲੈ ਕੇ ਜੀਵਨ ਇਸ ਸੰਸਾਰ ਵਿੱਚ ਆਏ ਨੇ, ਇਹ ਜੀਵ ਜੋ ਪਰਮਾਤਮਾ ਦੇ ਰਚੇ ਹੋਏ ਨੇ, ਜਿਨ੍ਹਾਂ ਨੂੰ ਇੱਕ ਅਵਸਰ ਮਿਲਿਆ, ਇੱਕ ਮੌਕਾ ਮਿਲਿਆ ਹੈ, ਔਰ ਇਸ ਮੌਕੇ ਦਾ ਲਾਭ ਉਠਾਉਣਾ ਜਿਹੜਾ ਹੈ, ਅਸੀਂ ਆਪਣੇ ਤਰੀਕੇ ਨਾਲ ਤੇ ਜੀਵਨ ਜੀ ਰਹੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਦ ਤੱਕ ਆਪਣੇ ਤਰੀਕੇ ਨਾਲ ਜੀਵਨ ਜੀਆਂਗੇ ਪਿਆਰੇ ਗੁਰਮੁਖੋ, ਹਾਂ ਸਾਰੀ ਦੁਨੀਆ ਦੇ ਸੁੱਖ ਪ੍ਰਾਪਤ ਹੋ ਜਾਣਗੇ ਤੁਹਾਨੂੰ, ਔਰ ਕਰ ਵੀ ਰਹੇ ਹਾਂ। ਜਦੋਂ ਜਹਦ ਲੱਗੀ ਹੋਈ ਹੈ, ਸਾਰੀ ਦੁਨੀਆ ਦੇ तमाम ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ, ਲੋੜਾਂ ਚਾਹੀਦੀਆਂ ਨੇ, ਜ਼ਰੂਰਤਾਂ ਚਾਹੀਦੀਆਂ ਨੇ, ਉਹਨਾਂ ਦੀ ਦੌੜ ਵਿੱਚ ਅਸੀਂ ਸਾਰੇ ਲੱਗੇ ਹੋਏ ਹਾਂ। ਲੇਕਿਨ ਸੰਤ ਮਹਾਂਪੁਰਸ਼ ਜੋ ਇਸ ਮਨੁੱਖਤਾ ਜੀਵਨ ਨੂੰ ਅੱਛੀ ਤਰ੍ਹਾਂ ਜਾਣਦੇ ਨੇ, ਕਿਉਂਕਿ ਮਹਾਂਪੁਰਸ਼ਾਂ ਨੇ ਆਪਣੀ ਗਿਆਨ ਦੇ ਰਾਹੀਂ ਇਹ ਜਾਣਿਆ ਕਿ ਇਹ ਜੋ ਦੁਨੀਆ ਤੇ 84 ਰਚੀ ਹੋਈ ਹੈ, 30 ਲੱਖ ਕਿਸਮ ਦੇ ਰੁੱਖ ਦਰਖਤ ਨੇ, 27 ਲੱਖ ਕਿਸਮ ਦੇ ਕੀੜੇ ਪਤੰਗੇ ਨੇ, 14 ਲੱਖ ਕਿਸਮ ਦੇ ਪਸ਼ੂ ਪੰਛੀ ਨੇ, 9 ਲੱਖ ਕਿਸਮ ਦੇ ਪਾਣੀ ਦੇ ਜੀਵ ਨੇ, 4 ਲੱਖ ਕਿਸਮ ਦੇ ਭੂਤ ਪ੍ਰੇਤ ਜਾਂ ਸ਼ਿਕੰਦਰ ਪਿਸ਼ਾਚ ਹਨ। ਇਹ तमाम ਜੁਨਾਂ ਰਚੀਆਂ ਨੇ ਪ੍ਰਮਾਤਮਾ ਨੇ, ਔਰ ਇਹਨਾਂ ਦੇ ਵਿੱਚੋਂ ਜੋ ਸ੍ਰੇਸ਼ਟ ਜਨਮ ਹੈ ਇਨਸਾਨ ਦਾ, ਜਿਸ ਦਾ ਆਪ ਨੇ ਸ਼ਬਦਾਂ ਦੇ ਵਿੱਚ ਵੀ ਜ਼ਿਕਰ ਹੋਇਆ, ਔਰ ਕਿਤੇ ਨਾ ਕਿਤੇ ਅਸੀਂ ਸੰਗਤ ਕਰਦੇ ਹਾਂ, ਹਰ ਸ਼ਬਦ ਦੇ ਵਿੱਚੋਂ ਸਾਨੂੰ ਇੱਕ ਨਾ ਇੱਕ ਚੋਟ ਜ਼ਰੂਰ ਵੱਜਦੀ ਹੈ, ਉਹ ਇੱਕ ਕਣਕੋਰ ਜੀ ਜ਼ਰੂਰ ਲੱਗਦੀ ਹੈ। ਜਿਸ ਤਰ੍ਹਾਂ ਹੁਣੇ ਆਪ ਜੀ ਨੇ ਸੁਣਿਆ ਕਿ ਇਹ ਮਨੁੱਖਤਾ ਦਾ ਜਨਮ ਜਿਹੜਾ ਹੈ ਤੈਨੂੰ ਫੇਰ ਨਹੀਂ ਮਿਲਣਾ, ਇਹਦੇ 'ਚ ਚਾਹੇ ਤੂੰ ਆ ਕਰਕੇ ਆਪਣੇ ਜੀਵਨ ਨੂੰ ਸਵਾਰ ਲੈ, ਚਾਹੇ ਵਿਗਾੜ ਲੈ, ਇਹ ਤੇਰੇ ਤੇ ਡਿਪੈਂਡ ਕਰਦਾ ਹੈ। ਇਸ ਕਰਕੇ ਪਿਆਰੇ ਗੁਰਮੁਖੋ, ਆਓ ਸਭ ਨੂੰ ਪਤਾ ਹੈ ਪਰਮਾਤਮਾ ਦਾ ਸਿਮਰਨ ਭਜਨ ਕਰਨਾ ਚਾਹੀਦਾ ਹੈ, ਸਭ ਨੂੰ ਪਤਾ ਹੈ ਸੰਗਤ ਕਰਨੀ ਚਾਹੀਦੀ ਹੈ, ਸਭ ਨੂੰ ਪਤਾ ਹੈ ਸੇਵਾ ਕਰਨੀ ਚਾਹੀਦੀ ਹੈ। ਜਿਸ ਗੱਲ ਦਾ ਸਾਨੂੰ ਪਤਾ ਪਿਆਰੇ ਗੁਰਮੁਖੋ, ਜਦੋਂ ਉਹ ਅਸੀਂ ਕੰਮ ਨਹੀਂ ਕਰਦੇ, ਪਤਾ ਹੈ ਕਿ ਦੁਨੀਆ ਤੋਂ ਚਲੇ ਜਾਣਾ ਹੈ, ਕੁਝ ਚਿਰਾਂ ਵਾਸਤੇ ਸਾਨੂੰ ਇਹ ਜਨਮ ਮਿਲਿਆ ਹੋਇਆ ਹੈ, ਸਭ ਨੂੰ ਪਤਾ ਹੈ ਚਲੇ ਜਾਣਾ ਹੈ, ਸਭ ਨੂੰ ਪਤਾ ਹੈ ਕਿ ਸਾਨੂੰ ਇਹ ਮਨੁੱਖਤਾ ਜੀਵਨ ਜਿਹੜਾ ਭਜਨ ਕਰਨ ਵਾਸਤੇ ਮਿਲਿਆ ਹੈ। तो जो प्यारे गुरमुखो असी इस चीज नहीं करते, भजन सिमरन नहीं करते, उस मालक का नाम नहीं ध्याते, तो फिर प्यारे गुरमुखो औड़क नूं सानू पछताना पेगा। औड़क नूं असी कहांगे कि सानू पता सी असी कर नहीं सके। इस करके प्यारे गुरमुखो ये जो पता इनू सारा फिर भी अनजान है। ये की है? ये लापरवाही अनजान है। ये क्यों अनजान है? कि ये किसी न किसी चक्कर में फसिया होया है, किसी न किसी चक्कर में फसिया होया है। जब तक वो चक्कर जिहड़ा इत्थे चढ़िया रहेगा प्यारे गुरमुखो, इस परमात्मा का चेता नहीं आऊगा। और चेता कितना आऊगा प्यारे गुरमुखो? असी कोई हुणे हाँ अपनी ढंग नाल जींदे हाँ,
और जो अपने ढंग नाल जींदा है प्यारे गुरमुखो, वो जिहड़ी चीज है प्राप्त नहीं होती। लेकिन जो असीं किसी का होके जीने आ, कहना रो के सीखा ना हंस के सीखा है, जो कुछ भी सीखा है किसी का होके सीखा है, किसी का होना पैंदा है, फिर इसनूं प्राप्ति होंदी है। वरना प्यारे गुरमुखो असीं 84 के चक्कर चों निकल गए। सब नूं पता है 84 के चक्कर चों निकलना मात्र केवल एक इंसान नहीं जामा है। ये भी पता लग गया कि असीं 84 के चक्कर चों निकलना कितना है, पर निकलने के बजाय की होया, असीं 99 के चक्कर च पै गए। 84 चो निकले, 84 खत्म नहीं हुई है, पता नहीं कितने जन्म लगने, कितने 84 भोगने पैणियां ने, पर असीं की होया, असीं 99 के चक्कर च पै गए। हुण प्यारे गुरमुखो आप जी ने पहला शब्द सुनिया कि 99 का चक्कर भी कोई हुंदा है। 84 का चक्कर तो सुनिया सी, पर 99 का चक्कर भी हुंदा कोई, क्योंकि आज सतगुरु महाराज जी दस रहे ने के अंदर दिमाग मानस को दीना। ये जो सानू दिमाग दिता होया परमात्मा ने, साडा केंद्र बिंदु दिमाग है, जिहदे विचों कई तरह दीयां स्कीमां निकलदियां ने, ब्यौंता निकलदियां ने, उपजा उपजदियां ने। इत्थों ही सब कुछ स्टार्ट होता है। हर वस्तु मानस को जीना, हर वस्तु संसार दी दिए विच दिमाग दे विच उपजदियां स्कीमां, इस वस्तुओं नूं कितना प्राप्त किया जाए, सारियां दिमाग विच होंदियां। गुरु महाराज जी कहते हैं कि इस दिमाग विच किहड़ियां वस्तुआं उपजदियां, किहड़ियां तैनूं संसार नाल जोड़दियां, और किहड़ियां वस्तुआं तैनूं परमात्मा नाल बनाउंदियां। महाराज जी इस 84 चक्कर के निकल के असीं 99 के चक्कर पै गए। और सवाल सी कि महाराज जी 99 का चक्कर केड़ा है? और सुनोगे और महसूस करोगे और जानना कि किते असीं भी 99 चक्कर तो नहीं है। एक महाराज जी कथा सुनाया करते सर, कहते एक सेठ है, बहुत बड़ा कारोबार है, नाल मनीम रखिया होया है, नाल एक नौकर रखिया होया है, क्योंकि बड़ा बड़ा कारोबार है, टेंशन है। सेठ ने एक नौकर रखा स्पेशल अपनी मोटी चाबी करने वास्ते। वो आंदा है सवेरे शाम, लत्ता दबांदा है, मालिश करता है, सिर की मालिश करता है, चसदा है। वो जरा नौकर रखिया होया प्यारे गुरमुखो, वो जदों आउंदा है ते अपनी मस्ती विच आउंदा है, गुनगुनांदा है, खुश है, चेहरे ते मुस्कुराहट है, खिलखिलाहट है, बड़ा आनंद पूर्वक है। वो जो सेठ है उसमें जो देखता है आकर के, जो पोले पोले हथां नाल मालिश करता है, बड़ा सुकून आता है, उसमें बड़ा आनंद आता है। और सेठ का दिमाग बार बार उस नौकर ते जाता है। जदों मालिश करता है तो गुनगुनांदा है, कदी कोई रब का नाम गुनगुनांदा है, कदी कोई गीत गुनगुनांदा है, और अपनी मस्ती विच सेवा करता है। ये रोज का किता है। एक दिन सेठ अपने मनीम नाल विचार करता, मनीम यार साडे को कितनी दौलत है, ਇਹਦਾ कोई हिसाब ही नहीं है, जिस करके मैं तेनों रखा होया मनीम कि तू मेरी दौलत का हिसाब रखे। तुम्हें चिंता च ते मैं भी चिंता में, इन्नी जायदाद होंदे होया भी अहीं नौकर स्पैशल रखा है कि सानू नींदर नहीं आती जब तक रात कोई दवाई ना खा लेता, कोई झस ना ले, कोई मालिश ना कर ले। बड़ी असीं बहुत ब्यौंता करते हैं, बहुत खर्च करते हैं कि सुकून आवे, नींदर आ जाए कि आराम नाल। लेकिन ये बंदा देखन जिहड़ा एक 5 रुपए दिहाड़ी ते रखिया, असीं 150 रुपए महीना देने हैं, ये देखा कितना खुश है, आनंद है, मौज विच है। ये कोई कोई सुख सहूलत भी नहीं है, पंजा से किस तरह गुजारा करता है यार, पर फिर भी खुश है, बड़ा आनंद सुकून है। गाँदा गाँदा आंदा, गाँदा गाँदा हसदा, अपनी चाल चलता है, आऊं लगता कोई दुखी कोई नहीं। पर असीं मार्ग दौलतां वाले हैं, सारे सब कुछ है, असीं फिर दुखी हैं। तो मनीम आखन लगा, कहता सेठ जी
ਇਹਨੂੰ ਅਜੇ ਨੇੜੇਵੇਂ ਦਾ ਚੱਕਰ ਨਹੀਂ ਚੜਿਆ। ਅਸੀਂ ਸਾਰੇ 84 ਚੋਂ ਨਿਕਲ ਕੇ ਆਏ ਆ, ਅਸੀਂ ਸਾਰੇ 99 ਦੇ ਚੱਕਰ ਚ ਆ, ਪਰ ਇਹ ਅਜੇ 99 ਦੇ ਚੱਕਰ ਚ ਨਹੀਂ ਪਿਆ ਆ। ਸੇਠ ਸੋਚਣ ਲੱਗਾ ਭਾਈ 99 ਦਾ ਚੱਕਰ ਵੀ ਹੁੰਦਾ ਕੋਈ? ਕਹਿੰਦੇ ਹਾਂ ਮਹਾਰਾਜ ਜੀ ਹੁੰਦਾ ਆ। ਕਹਿੰਦਾ ਤੁਸੀਂ ਮੈਨੂੰ ਇਸ ਤਰ੍ਹਾਂ ਕਰੋ, 10,000 ਰੁਪਇਆ ਦਿਓ, 10,000 ਰੁਪਇਆ ਮੈਨੂੰ ਦਿਓ ਤੁਸੀਂ, ਮੈਂ ਹੁਣੇ ਦੇਖ ਲਿਆ ਦੇਣਾ ਚੱਕਰ। ਤੋ ਪਿਆਰੇ ਗੁਰਮਖੋ, ਸੇਠ ਨੇ ਕੋਈ ਨਹੀਂ ਲੈ ਲਾ, ਤੂੰ ਮੇਰੇ ਨਾਂ ਤੇ ਅਕਾਊਂਟ 'ਚ ਲਿਖ ਲੈ ਤੇ ਤੂੰ ਭਾਈ ਵਰਤ ਦਾ ਜਿਸ ਤਰ੍ਹਾਂ ਕਰਨਾ ਕਰ ਲੈ। ਆਪ ਜਿਸ ਨੇ ਅਕਾਊਂਟ 'ਚੋਂ 10,000 ਰੁਪਇਆ ਲਿਆ, ਔਰ 10,000 ਵਿੱਚੋਂ ਪਿਆਰੇ ਗੁਰਮਖੋ ਜੋ ਮੋਹਰਾਂ ਹਨ, ਰੁਪਏ ਦੀ ਜਗ੍ਹਾ ਮੋਹਰਾਂ ਲਾ ਲਓ, ਉਹ 1000 ਮੋਹਰਾਂ ਜਿਹੜੀਆਂ ਹੁਣ ਥੈਲੀ ਭਰੀ ਤੇ ਅੱਜ ਸ਼ਾਮ ਨੂੰ ਉਸ ਨੌਕਰ ਦੇ ਕੋਲ ਚਲਾ ਗਿਆ, ਨੌਕਰ ਦੇ ਘਰ ਚਲਾ ਗਿਆ। ਨੌਕਰ ਦੇ ਘਰ ਗਿਆ, ਆਖਣ ਲੱਗਾ ਭਾਈ ਸੇਠ ਜਿਹੜਾ ਤੇਰੀ ਸੇਵਾ ਤੇ ਬੜਾ ਪ੍ਰਭਾਵਿਤ ਹੋਇਆ, ਤੂੰ ਬੜੇ ਚਿਰ ਤੋਂ ਦੀ ਸੇਵਾ ਕਰਦਾ ਆ ਰਿਹਾ ਔਰ ਤੇਰੀ ਸੇਵਾ ਨੂੰ ਬੜੀ ਪਿਆਰੀ ਲੱਗੀ ਹੈ, ਤੇ ਆਹ ਜਿਹੜਾ ਇਨਾਮ ਹੈ ਤੈਨੂੰ 1000 ਮੋਹਰਾਂ ਦਾ, ਇਹ ਇਨਾਮ ਤੈਨੂੰ ਭੇਜਿਆ ਹੈ, ਤੇ ਲੈ ਭਾਈ ਮੌਜਾਂ ਕਰ, ਤੇਰੇ ਜੀਵਨ ਵਿੱਚ ਮੌਜਾਂ ਆ ਗਈਆਂ, ਇਨਾਮ ਭੇਜਿਆ। ਸੇਠ ਨੇ ਤੇਰੀ ਸੇਵਾ ਤੇ ਖੁਸ਼ ਹੋ ਕਰਕੇ, ਇਹ ਨੌਕਰ ਬੜਾ ਖੁਸ਼ ਹੋਇਆ, ਘਰ ਦੀ ਬੁਲਾਇਆ ਭਾਈ ਸੇਠ ਨੇ ਤੋਹਫਾ ਭੇਜਿਆ ਹੈ। ਤੋ ਇਹਨਾਂ ਨੇ ਉਹ ਮੋਹਰਾਂ ਲਈਆਂ, 1000 ਮੋਹਰਾਂ ਲਈਆਂ ਜਦੋਂ ਪਿਆਰੇ ਗੁਰਮੁਖੋ, ਤਾਂ ਬੜਾ ਆਨੰਦ ਹੈ। ਇਹ ਆਪ ਦੇ ਕੇ ਚਲਾ ਗਿਆ ਮਨੀਮ, ਜਦੋਂ ਦੇ ਕੇ ਚਲਾ ਗਿਆ, ਅੱਜ ਇਹ ਮੋਹਰਾਂ ਗਿਣਦੇ ਨੇ। ਜਦੋਂ ਮੋਹਰਾਂ ਗਿਣੀਆਂ ਪਿਆਰੇ ਗੁਰਮੁਖ, ਤਾਂ ਕੀ ਹੋਇਆ, ਉਹ 999 ਮੋਹਰਾਂ ਨੇ, ਇੱਕ ਮੋਹਰ ਘੱਟ ਹੈ। 999 ਮੋਹਰਾਂ ਨੇ, ਇੱਕ ਮੋਹਰ ਘੱਟ ਹੈ। ਤਾਂ ਸੋਚਣ ਲੱਗਾ ਭਾਈ ਇਹ ਆਖਦਾ ਤੇ 1000 ਸੀ ਤੇ ਇਹ ਤੇ 999 ਨਿਕਲੀਆਂ ਆ। ਇਹ ਹਲੇ ਰਾਜੇ ਨੇ ਘੱਟ ਦਿੱਤੀ ਹੈ ਕਿ ਜਾਏ ਨੇ ਕੱਢ ਲਈ ਵਿੱਚੋਂ। ਚੁੱਪ ਰਿਹਾ। ਅਗਲੇ ਦਿਨ ਗਿਆ ਉਸੇ ਤਰ੍ਹਾਂ ਆਪਣੀ ਰੂਟੀਨ 'ਚ, ਲੇਕਿਨ ਦਿਮਾਗ 'ਚ ਉਹ ਇੱਕ ਮੋਹਰ ਚੱਲ ਪਈ ਹੈ, ਇੱਕ ਮੋਹਰ ਘੱਟ ਦਿੱਤੀ ਹੈ, ਇੱਕ ਮੋਹਰ ਘੱਟ ਦਿੱਤੀ ਹੈ। ਉਹ ਦੋਨਾਂ ਤੇ ਸ਼ੱਕ ਕਰ ਲੱਗਾ, ਜਾਂ ਤੇ ਮਨੀਮ ਨੇ ਰੱਖ ਲਈ ਤੇ ਜਾਂ ਸੇਠ ਨੇ ਘੱਟ ਦਿੱਤੀ। 2-3 ਬੀਤ ਕੇ ਦਿਨ, ਅੱਜ ਉਹ ਜਿਹੜੀ ਚਾਲ ਢਾਲ ਆ ਉਹ ਵੀ ਫਰਕ ਆ ਗਿਆ। ਅੱਜ ਉਹ ਮੁਖ 'ਚ ਜਿਹੜਾ ਖੁਸ਼ੀ ਵਿੱਚ, ਮਸਤੀ ਵਿੱਚ ਗੀਤ ਗੁਣਗੁਣਾਉਂਦਾ ਹੈ, ਕੋਈ ਭਜਨ ਗੁਣਗੁਣਾਉਂਦਾ ਹੈ, ਅੱਜ ਉਹ ਵੀ ਨਹੀਂ। ਦਿਨ ਬੀਤਦੇ ਕਿ ਇਹਦੀ ਚਾਲ 'ਚ ਫਰਕ ਆਉਂਦਾ ਗਿਆ, ਸੁਭਾਅ 'ਚ ਫਰਕ ਆਉਂਦਾ ਗਿਆ, ਔਰ ਦਿਮਾਗ ਵਿੱਚ ਇਹੋ ਹੀ ਚੱਲ ਰਿਹਾ ਵੀ ਜੇ 1000 ਦੇ ਨਹੀਂ ਤੇ ਇੱਕ ਕਦੀ ਰੱਖ ਲਈ ਸੀ ਤੇ 1000 ਹੀ ਪੂਰੀ ਕਰ ਸਕਦਾ ਤੂੰ ਹੈ। ਅੱਜ ਸਿਰ ਦੀ ਮਾਲਿਸ਼ ਕਰਦਾ, ਪਰ ਪੋਲੇ ਪੋਲੇ ਹੱਥਾਂ ਨਾਲ ਨਹੀਂ, ਸਖਤ ਹੱਥਾਂ ਨਾਲ ਜਿਹਦੀ ਕਰਦਾ ਆ। ਅੱਜ ਸੇਠ ਆਖਣ ਲੱਗਾ ਭਲਿਆ, ਅੱਜ ਤੇਰੀ ਮਾਲਿਸ਼ ਵਿੱਚ ਉਹ ਆਨੰਦ ਨਹੀਂ ਆ ਰਿਹਾ, ਅੱਜ ਸਕੂਨ ਨਹੀਂ ਆ ਰਿਹਾ, ਕੀ ਗੱਲ ਹੈ ਭਾਈ? ਚੁੱਪ ਰਿਹਾ। ਅਗਲੇ ਦਿਨ ਵੀ ਉਸੇ ਤਰ੍ਹਾਂ ਚੱਲ ਰਿਹਾ ਆ। ਆਖਿਰ ਸੇਠ ਨੇ ਪੁੱਛਿਆ ਵੀ ਕੀ ਗੱਲ, ਅੱਜ ਤੂੰ ਤੇਰੇ ਚਿਹਰੇ ਤੇ ਮੁਸਕਰਾਹਟ ਨਹੀਂ ਹੈ, ਖਿਲਖਲਾਹਟ ਨਹੀਂ ਹੈ, ਅੱਗੇ ਬੜਾ ਤੂੰ ਆਂਦਾ ਸੀ, ਚਾਲ ਦੇ ਉੱਤੇ ਮਸਤੀ ਸੀ, ਕੀ ਗੱਲ ਹੈ? ਤੇ ਫਿਰ ਬੋਲਿਆ ਹੀ ਬੋਲਿਆ। ਉਧਰੋਂ ਮਨੀਮ ਨੇ ਪਹਿਲਾਂ ਹੀ ਗੱਲ ਕਰ ਛੱਡੀ ਦੀ ਸੀ ਕਿ ਮਹਾਰਾਜ ਮੈਂ ਬੇਸ਼ੱਕ ਤੁਹਾਡੇ ਕੋਲ 1000 ਮੋਹਰਾਂ ਲਈਆਂ, ਪਰ ਮੈਂ ਇੱਕ ਘੱਟ ਦਿੱਤੀ ਹੈ। ਉਹ ਪਹਿਲਾਂ ਹੀ ਗੱਲ ਕਰ ਛੱਡੀ ਦੀ। ਅੱਛਾ, ਕਹਿੰਦਾ ਕੀ ਗੱਲ ਹੈ ਭਾਈ? ਤੋ ਨੌਕਰ ਬੋਲਿਆ, ਕਹਿੰਦਾ ਸੇਠ ਜੀ ਤੁਸੀਂ 1000 ਮੋਹਰ ਭੇਜੀ, 1000 ਕਹਿ ਕੇ ਤੁਸੀਂ 900 ਇੱਕ ਮੋਹਰ ਘੱਟ ਦਿੱਤੀ ਹੈ ਤੁਸੀਂ, ਤੇ ਜੇ ਤੁਸੀਂ 1000 ਭੇਜਦੇ ਤਾਂ ਤੁਹਾਡਾ ਕੀ ਕਰਨਾ ਹੁੰਦਾ? ਤੁਹਾਨੂੰ ਕਿਹੜਾ ਘਾਟਾ ਪੈ ਜਾਣਾ ਸੀ ਮਹਾਰਾਜ? ਉਹ ਸੇਠ ਬੋਲਿਆ ਭਾਈ ਜੇ 999 ਮੈਂ ਦਿੱਤੀਆਂ ਆ ਤੇ ਇੱਕ ਤੂੰ ਪੂਰੀ ਕਰ ਲੈ। 999 ਮੈਂ ਦਿੱਤੀਆਂ ਤੇ ਇੱਕ ਤੂੰ ਪੂਰੀ ਕਰ ਲੈ। ਹੁਣ ਪਿਆਰੇ ਜਿਹੜਾ 5 ਰੁਪਏ ਦਿਹਾੜੀ ਲੈਣ ਵਾਲਾ ਉਹ ਮੋਹਰ ਕਿੱਥੇ ਇੱਕ ਬਣਾਵੇ? ਹੋਰ ਅੱਜ ਉਹ 1000 ਦੇ ਪੂਰੇ ਕਰਨ ਦੇ ਵਿੱਚ ਉਹਦੀਆਂ ਸਕੀਮਾਂ ਜਿਹੜੀਆਂ ਦਿਮਾਗ ਵਿੱਚ ਵਿਉਂਤ ਵਿੱਚ ਕਿਤਰਾ ਦੌੜਨ ਲੱਗ ਪਈਆਂ ਕਿ ਇਹ 1000 ਪੂਰਾ ਕਿਤਰਾ ਕੀਤਾ ਜਾਵੇ।
ਜਨਾਨੀ ਉਹਨੂੰ ਸਮਝਾਉਂਦੀ ਹੈ, ਭਰਿਆ ਇਹ 1000 ਮੋਹਰਾਂ ਦਿੱਤੀਆਂ ਨੇ ਉਹਨੂੰ ਖੁਸ਼ ਹੋ ਕੇ, ਤੇ ਜੇ ਇੱਕ ਦਿੱਤੀ ਤੇ ਕਿਹੜੀ ਘੱਟ, ਤਾਂ ਕੀ ਹੋ ਗਿਆ ਜੇ ਇੱਕ ਨਹੀਂ ਸੀ ਕੋਈ ਵੀ ਤੰਗ ਤੇ ਗੁਜ਼ਾਰਾ ਕਰਦੇ ਸੀ, ਅੱਜ ਜੇ ਇੱਕ ਘੱਟ ਵਾ ਤੇ ਫਿਰ ਕੀ ਹੋ ਗਿਆ ਯਾਰ। ਉਹ ਜਨਾਨੀ ਬਥੇਰਾ ਸਮਝਾਏ ਪਰ ਦਿਮਾਗ ਚੋਂ ਗੱਲ ਨਾ ਜਾਏ। ਉਹ ਜੋ ਸਕੂਨ ਹੈ ਉਹ ਵੀ ਜਾਂਦਾ ਗਿਆ, ਜੋ ਖੁਸ਼ੀ ਹੈ ਉਹ ਵੀ ਜਾਂਦੀ ਗਈ। ਅੱਜ ਉਹ 1000 ਮੋਹਰ ਪੂਰੇ ਕਰਨ ਦੇ ਚੱਕਰ 'ਚ ਪੈ ਗਿਆ, ਉਹ ਸਭ ਕੁਝ ਚਲਾ ਗਿਆ ਜੋ ਸਕੂਨ ਆਨੰਦ ਸੀ। ਪਿਆਰੇ ਗੁਰਮੁਖ, ਇਹਨੂੰ ਹੈ 99 ਦਾ ਚੱਕਰ, ਭਾਵ ਕਿ ਜੋ ਪਰਮੇਸ਼ਵਰ ਨੇ ਦਿੱਤਾ ਹੈ ਅਸੀਂ ਉਹਦੇ ਵਿੱਚ ਸੰਤੋਸ਼ ਸਬਰ ਨਹੀਂ ਜੀਵਾਂਦੇ, ਅਸੀਂ ਉਹਨੂੰ ਹੋਰ ਵਧਾਉਣ ਦੇ ਚੱਕਰ 'ਚ ਫਿਰਦੇ ਪਏ ਹਾਂ। ਜਦੋਂ ਪਿਆਰੇ ਗੁਰਮੁਖੋ, ਜੋ ਕੋਈ ਇੱਕ ਮੋਹਰ ਦਾ ਮੁੱਲ ਕਿਆ ਮੁੱਲ ਹੈ, ਤੇ 5 ਰੁਪਏ ਦਿਹਾੜੀ ਲੈਣ ਵਾਲਾ ਮੁੱਲ ਕਿਤਨਾ ਬਣਾ ਸਕਦਾ ਹੈ। ਇਹ ਤਾਂ ਕੋਈ ਰਾਜਾ ਹੀ ਦੇਵੇ, ਕੋਈ ਰੱਬ ਹੀ ਕਿਰਪਾ ਕਰੇ ਤੇ ਫੇਰ ਹੁੰਦਾ ਹੈ, ਅਸੀਂ ਨਹੀਂ ਬਣਾ ਸਕਦੇ। ਜੇ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਫਿਰ 1 ਨੰਬਰ ਨਹੀਂ ਕੰਮ ਕਰਾਂਗੇ, ਫਿਰ 2 ਨੰਬਰ ਦਾ ਕੰਮ ਕਰਾਂਗੇ, ਤੇ 2 ਨੰਬਰ ਦਾ ਜਦੋਂ ਕਰਾਂਗੇ ਤੇ ਫਿਰ ਫੜੇ ਜਾਵਾਂਗੇ ਤੇ ਉਹਦਾ ਵੀ ਸਕੂਨ ਗਿਆ ਤੇ ਜੇਲ੍ਹ 'ਚ ਚਲੇ ਗਏ। ਇਹ ਹੈ 99 ਦਾ ਚੱਕਰ। ਤੇ ਪਿਆਰੇ ਗੁਰਮੁਖ, ਗੁਰੂ ਮਹਾਰਾਜ ਸਮਝਾਉਂਦੇ ਨੇ, ਇਹ ਪ੍ਰਾਣੀਓ ਕਿਤੇ ਅਸੀਂ ਵੀ ਆਪਣੇ ਨੂੰ ਫਰੋਲ ਕੇ ਦੇਖੀਏ, ਕਿਤੇ ਅਸੀਂ 99 ਦੇ ਚੱਕਰ 'ਚ ਨਹੀਂ ਫਸੇ ਸੀ। ਅਜੇ 84 'ਚੋਂ ਨਿਕਲੇ ਨਹੀਂ ਆ ਤੇ 99 'ਚ ਫਸ ਗਏ ਆ, ਤੇ 99 'ਚ ਫਸ ਕੇ ਤੇ ਨਿਕਲਣਾ ਬੜਾ ਮੁਸ਼ਕਲ ਹੈ। 84 'ਚ ਤਾਂ ਫਿਰ ਗੁਰੂ ਦੀ ਕਿਰਪਾ ਨਾਲ ਛੁੱਟ ਜਾਵਾਂਗੇ। ਅੱਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਸਵਾਮੀ ਖਜ਼ਾਨਗੀਰ ਮਹਾਰਾਜ ਜੀ ਆਪਣੀ ਰੂਹਾਨੀਅਤ ਦੇ ਰਾਹੀਂ ਸੰਗਤਾਂ ਨੂੰ, ਰੂਹਾਂ ਨੂੰ ਇਹ ਪ੍ਰੇਰਨਾ ਦੇ ਰਹੇ ਨੇ ਕਿ ਪਰਿਓ, ਇਹ ਮੌਕਾ ਜਿਹੜਾ ਹੈ, ਇਹ ਜੋ ਅਵਸਰ ਤੁਹਾਨੂੰ ਸਾਨੂੰ ਸਾਰਿਆਂ ਨੂੰ ਮਿਲਿਆ ਹੋਇਆ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾ। ਐ ਪਿਆਰੇ ਗੁਰਮੁਖ, थोड़ा सोच, थोड़ा विचार कर। संगत जो है मालिक की संगत है, तमाम जो संगत करदियां, इन्हां दा कोई ना नहीं है, इन्हां दा नाम केवल एक संगत है। ਇਹਦੇ ਵਿੱਚ ਕੋਈ ਕੌਮੀ, ਮਜ਼ਹਬੀ, ਮੁਲਕ, ਜਾਤ ਪਾਤ, ਛੋਟਾ ਬੜਾ, ਅਮੀਰ ਗਰੀਬ, ਇਹਦੇ ਚ ਕੋਈ ਨਾਂ ਨਹੀਂ ਹੈ। ਇਹਦੇ ਚ ਕੇਵਲ ਗੁਰੂ ਮਹਾਰਾਜ ਦੀ ਸੰਗਤ ਦਾ ਨਾਮ ਹੈ। चाहे जवान है, चाहे बुजुर्ग है, चाहे बच्चा है, चाहे औरत है, चाहे मर्द है, लड़का है, लड़की है, कुछ भी है, ये गुरु महाराज की संगत है। और प्यारे गुरमुखो, गुरु महाराज की संगत नाल प्यार करना जेड़ा है, ये साडी शुरुआत जो गुरु संगत के प्यार नाल होंदी है, ते सतगुरु सच्चे पातशाह जी तमाम खुशियां नाल सानू नवाजदा है। और वो खुशियां प्यारे गुरमुखो, जो खुशियां पा करके अपने सतगुरु महाराज की संगत नूं, गुरु महाराज जी नूं याद रखदा है। प्यारे गुरमुखो, सतगुरु सच्चे पातशाह जी उन्हां रूहां ते अपनी पहला माया दी खुशियां प्रदान करदे ने, ओहदी जरूरतां पूरीआं करदे ने। पर जदों वो खुशियां पा करके गुरु साहब तो खुशियां नूं नवाते करदे होया, जो गुरु महाराज नूं याद करदा है, जो संगत की सेवा विच अपना योगदान, अपनी समर्था, अपनी दसा नहां दी किरत, अपनी जो पूंजी है उन्हां दे विचों कोई खर्च करता है, इस तरह नहीं, सच्चे हृदय नाल, इस तरह नहीं, जो सदैव सच्चे हृदय दे नाल संगतां नूं निवाजदा है सेवा दे राहीं। आओ जी आओ, बैठो जी बैठो, बैठो चाह पी के जाओ जी, लंगर छक के जाओ जी। प्यारे गुरमुखो, ये बड़ी बड़ी दात है जो संगत की सेवा विच अपना आप झुकांदा है, अपने आप नूं संगत के चरणों नाल अपने आप नूं जोड़ी रखता है। पाठ तो बाद सतगुरु के चरणों में यही अरदास होती है कि सच्चे पातशाह जी अपना नाम जपान, अपनी बंदगी नाल जोड़ के रखी, अपनी मखलूकात, अपनी संगत की सेवा बख्शिश कर। मखलूकात जाने अनजाने साडे घर विच कोई आ जाता है, कोई देशों प्रदेशों कोई आ जाता, फुला पटका आ जाता, कोई आके सदा करता है, भरा मैनू रोटी खवा दे, भरा ये भैना मैनू कोई चाह का कप पिला दे, या कोई मैं ठर रहा हाँ ठंड विच, जे कोई तेरे को कपड़ा है कोई गर्म
ਕਿ ਜੋ ਤੇਰੇ ਲੋੜ ਦਾ ਨਹੀਂ ਹੈ ਉਹ ਮੈਨੂੰ ਦੇ ਦੇ। ਜਦੋਂ ਅਸੀਂ ਇਸ ਤਰ੍ਹਾਂ ਦੇ ਕਰਦੇ ਹਾਂ, ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਬੜੇ ਬੜੇ ਦਾਨੀ, ਬੜੇ ਬੜੇ ਜੋ ਸੇਵਾ ਕਰਨ ਵਾਲੇ ਜੀਵ ਹਨ। ਪਿਆਰੇ ਗੁਰਮੁਖੋ, ਅੱਜ ਦੇਖੋ ਕਿਸਾਨ ਅੰਦੋਲਨ ਬਾਰਡਰਾਂ ਤੇ ਚੱਲ ਰਿਹਾ ਹੈ। ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸੰਗਤ, ਬੱਚੇ ਬੱਚੀਆਂ, ਔਰਤਾਂ, ਸ਼ਾਨ ਜਿਹੜੇ ਹੈ ਤਰ੍ਹਾਂ ਤਰ੍ਹਾਂ ਦੇ ਦੂਰੋਂ ਦੂਰੋਂ ਹਰ ਦੇਸ਼ ਵਿਦੇਸ਼ ਚੋਂ ਪਹੁੰਚ ਰਹੇ ਨੇ। ਔਰ ਲੰਗਰ ਇਸ ਤਰ੍ਹਾਂ ਲੱਗੇ ਨੇ, ਪਤਾ ਨਹੀਂ ਲੱਗਦਾ ਕੌਣ ਲੰਗਰ ਲਾ ਰਿਹਾ ਕੌਣ। ਦਿੱਲੀ ਤੋਂ ਆ ਕੇ ਲੋਕੀ ਗਰਮ ਕੱਪੜੇ ਵੰਡ ਰਹੇ ਨੇ, ਚਾਵਾਂ ਵੰਡ ਰਹੇ ਨੇ, ਕਿੰਨਾ ਕੁਛ ਹੋ ਰਿਹਾ ਜੀ। ਉਹ ਸੰਗਤ ਦੀ ਸੇਵਾ ਕਰਕੇ ਹੋ ਰਹੇ ਹੈ, ਕਿਉਂਕਿ ਸਾਡਾ ਅੱਜ ਅੰਨਦਾਤਾ ਪਰੇਸ਼ਾਨ ਹੈ, ਬੜੀ ਮੁਸ਼ਕਲ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕੁਛ ਨਾ ਕੁਛ ਸੇਵਾ ਕਰੀਏ। ਇਹ ਸੇਵਾ ਕੀਤਿਆਂ ਕਿਤੇ ਕਥਾ ਨਹੀਂ ਜਾਂਦੀ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਕਿ ਜਿਸੇ ਕਿਤੇ ਲੋੜ ਹੈਗੀ ਹੈ ਸਾਨੂੰ ਸੇਵਾ ਕਰਨੀ ਚਾਹੀਦੀ। ਔਰ ਸੰਗਤ ਦੀ ਸੇਵਾ ਤੇ ਵੈਸੇ ਬਹੁਤ ਵੱਡੀ ਸੇਵਾ ਹੈ। ਗੁਰੂ ਮਹਾਰਾਜ ਕਦੇ ਸੇਵਾ ਕੀਤੀ ਵੀ ਆਪਣੇ ਕੋਲ ਨਹੀਂ ਰੱਖਦੇ, ਉਹ ਮੋੜ ਦਿੰਦੇ ਨੇ ਉਸ ਸੇਵਾ। ਔਰ ਇਹ ਸੇਵਾ ਕਰਦਿਆਂ ਪਿਆਰੇ ਗੁਰਮੁਖੋ ਸਾਡੇ ਉਹ ਦਰਵਾਜ਼ੇ ਖੁੱਲਦੇ ਨੇ, ਉਹ ਦਰਵਾਜ਼ੇ ਖੁੱਲਦੇ ਨੇ ਪਿਆਰੇ ਗੁਰਮੁਖੋ, ਜਿਨ੍ਹਾਂ ਦਰਵਾਜ਼ੇ ਸਾਡੇ ਲਈ ਬੰਦ ਹਨ, ਇਹ ਸੇਵਾ ਕਰਕੇ ਖੁੱਲਦੇ ਨੇ। ਅੱਜ ਸਤਿਗੁਰੂ ਅਵਤਾਰ ਪਾਤਸ਼ਾਹ ਜਿਨ੍ਹਾਂ ਨੇ 20 ਰੁਪਏ ਸੇਵਾ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਆਪਣੀ ਸੰਗਤ ਦੀ ਸੇਵਾ ਕਰਨ ਦਾ ਹੁਕਮ ਬਖਸ਼ਿਆ, ਤਾਂ ਪਿਆਰੇ ਗੁਰਮੁਖੋ ਅੱਜ ਉਹ 20 ਰੁਪਏ ਦਾ ਲੰਗਰ ਜਿਹੜਾ ਹੈ ਦੁਨੀਆ ਤੇ ਉਹ ਲੰਗਰ ਇੰਨਾ ਮਸ਼ਹੂਰ ਹੈ, ਇੰਨਾ ਪਾਵਰਫੁਲ ਹੈ ਕਿ ਉਸ ਲੰਗਰ ਅੱਗੇ ਕਿਸੇ ਦੀ ਵੀ ਨਹੀਂ ਚੱਲਦੀ। ਉਸ ਲੰਗਰ ਨੂੰ ਛਕ ਕਰਕੇ, ਉਸ ਸੇਵਾ ਨੂੰ ਪਾ ਕਰਕੇ ਉਹ ਰੂਹਾਨੀਅਤ ਮਿਲਦੀ ਹੈ, ਉਹ ਗੁਰੂ ਦੀ ਯਾਦ ਆਉਂਦੀ ਹੈ, ਉਹ ਆਪਣੇ ਆਪ ਦੀ ਯਾਦ ਆਉਂਦੀ ਹੈ, ਆਪਣੇ ਆਪ ਦੀ ਪਹਿਚਾਨ ਕਰਾਉਂਦੀ ਹੈ ਕਿ ਭਲਿਆ ਤੂੰ ਕੀ ਹੀ, ਤੂੰ ਕੌਣ ਸੀ, ਤੂੰ ਕਿੱਥੋਂ ਆਇਆ ਸੀ, ਤੂੰ ਕਿੱਥੇ ਹੁਣ ਜਾਣਾ ਹੈ। ਇਹ ਸਾਰੀ ਦੀ ਸਾਰੀ ਪਿਆਰੇ ਗੁਰਮੁਖੋ ਜਦੋਂ ਸੰਗਤ ਵਿੱਚ ਅਸੀਂ ਸੇਵਾ ਕਰਦੇ ਹਾਂ, ਸੰਗਤ ਵਿੱਚ ਆ ਕੇ ਵਿਰਾਜਮਾਨ ਹੁੰਦੇ ਹਾਂ, ਤਾਂ ਸਤਿਗੁਰੂ ਮਹਾਰਾਜ ਜੀ ਆਪਣੇ ਸ਼ਬਦਾਂ ਰਾਹੀਂ, ਆਪਣੀ ਬਾਣੀ ਦੇ ਪ੍ਰਕਾਸ਼ ਰਾਹੀਂ ਉਹਨਾਂ ਰੂਹਾਂ ਨੂੰ, ਸੇਵਾਦਾਰਾਂ ਨੂੰ ਉਹ ਰੂਹਾਨੀਅਤ ਦੇ ਰਾਹੀਂ ਸਮਝਾਉਂਦਾ ਹੈ ਕਿ ਭਲਿਆ ਤੇਰਾ ਕਰਮ ਹੈ। ਉਹ ਕਰਮ ਕਰਨ ਦੀ ਚਾਹ ਜਾਂਦੀ ਹੈ। ਜਿਹੜਾ ਕਰਮ ਕੀਤਿਆਂ ਸਾਡੇ ਪਰਮਾਤਮਾ ਦੇ ਦਰਮਿਆਨ ਜੋ ਦਰਵਾਜ਼ਾ ਹੈ ਉਹ ਖੁੱਲ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਅੱਗੇ ਆਪਣੀ ਬਾਣੀ ਜੀ ਬੜਾ ਸੁੰਦਰ ਸ਼ਬਦਾਂ ਨਾਲ ਸਾਨੂੰ ਸਮਝਾ ਰਹੇ ਨੇ। ਹਰ ਨਕਸ਼ਾ ਦੇ ਮਾਗੇ ਭੇਜਿਓ, ਸੋ ਬੈਠਾ ਸਤ ਲੋਕੇ ਸੇਜਿਓ। ਪਿਆਰੇ ਗੁਰਮੁਖੋ, ਜਦੋਂ ਇਹ ਗੁਰਮੁਖ ਸੰਗਤ ਵਿੱਚ ਰਹਿੰਦਾ ਹੈ, ਸੰਗਤ ਵਿੱਚ ਆ ਕਰਕੇ ਜਦੋਂ ਆਪਣਾ ਧਿਆਨ ਬਾਣੀ ਨਾਲ ਜੋੜਦਾ ਹੈ, ਆਪਣਾ ਧਿਆਨ ਸਤਿਗੁਰਾਂ ਦੇ ਚਰਨਾਂ ਵਿੱਚ ਟਿਕਾਉਂਦਾ ਹੈ, ਜਿਹਦੇ ਦਿਮਾਗ ਵਿੱਚ ਜੋ ਨੈਗੇਟਿਵਿਟੀਆਂ ਹਨ, ਸੰਸਾਰਿਕ ਨੈਗੇਟਿਵਿਟੀਆਂ ਹਨ, ਜੋ ਇਸ ਨੂੰ ਪਰਮੇਸ਼ਵਰ ਦੇ ਨਾਲ ਜੋੜਾ ਨਹੀਂ ਦਿੰਦੀਆਂ, ਸਤਸੰਗ ਦੇ ਬਚਨ ਸੁਣ ਕਰਕੇ ਇਸ ਨੂੰ ਅਜੀਬ ਇੱਕ ਇਸ ਤਰ੍ਹਾਂ ਦਾ ਪਿਆਰੇ ਗੁਰਮੁਖੋ ਅਹਿਸਾਸ ਹੁੰਦਾ ਹੈ, ਇਸ ਨੂੰ ਪਤਾ ਲੱਗਦਾ ਹੈ ਕਿ ਮੇਰਾ ਇਹ ਕਰਮ ਸੀ ਕਰਨ ਵਾਲਾ, ਮੇਰਾ ਇਹ ਸੀ ਕਰਮ ਜੋ ਦੁਨੀਆ ਤੇ ਆ ਕਰਕੇ ਮੈਂ ਕਮਾਣਾ ਸੀ। ਇਸ ਦੇ ਵਿੱਚ ਜਦੋਂ ਨੈਗੇਟਿਵਿਟੀ ਆਉਂਦੀ ਹੈ ਪਿਆਰੇ ਗੁਰਮੁਖੋ, ਉਹ ਪੋਜ਼ਿਟਿਵਿਟੀ ਰੂਪ ਧਾਰਨ ਕਰ ਲੈਂਦੀ ਹੈ। ਸਤਿਗੁਰ ਦੇ ਬਚਨਾਂ ਦੀ ਐਸੀ ਪਾਵਰ ਹੁੰਦੀ ਹੈ। ਇਸ ਕਰਕੇ ਪਿਆਰੇ ਗੁਰਮੁਖੋ ਇਹਦੇ ਵਿੱਚ ਆ ਕਰਕੇ ਹੀ ਇਹਨੂੰ ਆਪਣੇ ਆਪ ਦਾ, ਉਹ ਪਰਮਾਤਮਾ ਦਾ ਪਤਾ ਲੱਗਦਾ ਹੈ। ਔਰ ਪਰਮਾਤਮਾ ਔਰ ਆਤਮਾ ਦੇ ਵਿਚਕਾਰ ਜੋ ਵੀ ਕਠਿਨਾਈਆਂ ਹਨ, ਜੋ ਵੀ ਇਹਦੇ ਵਿੱਚ ਮੁਸ਼ਕਲਾਂ ਹਨ, ਉਹ ਸਤਸੰਗ ਦੇ ਬਚਨਾਂ ਦੇ ਰਾਹੀਂ ਉਹ ਦੂਰ ਹੁੰਦੀਆਂ ਨੇ। ਜਦੋਂ ਸਤਸੰਗ ਦੇ ਬਚਨਾਂ ਨੂੰ ਸੁਣ ਕਰਕੇ ਇਹ ਸ਼ਬਦ ਦਾ ਧਿਆਨ ਕਰਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਦਿਮਾਗ ਦੇ ਵਿੱਚ ਜੋ ਹੈ ਇਹਦੇ ਉਹ ਚੀਜ਼ ਜਿਹੜੀ ਹੈ ਉਹ ਉਪਜਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਆਪਣੇ ਸ਼ਬਦਾਂ ਵਿੱਚ ਬੜਾ ਸੁੰਦਰ ਫਰਮਾ ਰਹੇ ਨੇ। ਹਾਂਜੀ, ਸੱਚ ਦਰਬਾਰੇ ਅਦਾਲਤ ਸੱਚ
ਸਕਿਓ ਨਾ ਕਰਮੇ ਕਚ ਸੱਚ ਦਰਬਾਰ ਅਦਾਲਤ ਸੱਚ ਲੁਕ ਸਕਿਓ ਨਾ ਕਰਮੇ ਕਚ। ਇਹ ਵੀ ਗਿਆਨ ਸਾਨੂੰ ਪ੍ਰਾਪਤ ਹੁੰਦਾ ਪਿਆਰੇ ਗੁਰਮੁਖੋ। ਇਹ ਦੁਨੀਆ ਜਿਸ ਨੂੰ ਸੰਤਾਂ ਮਹਾਂਪੁਰਸ਼ਾਂ ਨੇ ਕੱਚ ਕਿਹਾ ਹੈ, ਸਾਚੀ ਕੌਣ ਹੈ? ਪਰਮਾਤਮਾ। ਤੇ ਇਹ ਪਰਮਾਤਮਾ ਦੀ ਚਾਈ ਹੋਈ ਦੁਨੀਆ ਜਿਹੜੀ ਆ ਉਹ ਕੱਚ ਹੈ। तो सच्चे पातशाह जी कह रहे हैं कि जिन्हां दा उस सच्चे दरबार नाल मेल मिलाप होया है, जो साथी नूं जानदे जिथे जाकर के हाजरी भरदे ने, महाराज जी ये यकीन दिला दिंदे ने, ये भरोसा आ जाता गुरमुख नूं कि जिहड़े असीं कच दे कर्म करदे हां दुनिया दे विच, जो कच दे कर्म करदे हां, भाव कोई ऐसे कर्म जिस नूं सानूं समाज इजाजत नहीं दिंदा। ਅਸੀਂ ਚੋਰੀ ਦਾ ਕਰਮ ਕਰਨੇ ਆ, ਠੱਗੀ ਦਾ ਕਰਮ ਕਰਦੇ ਆ, ਲੋਕ ਛਿਪਕੇ ਕੋ ਕਰਮ ਕਰਦੇ ਆ, ਜਾਂ ਕਿਸੇ ਤਰ੍ਹਾਂ ਦਾ ਕਰਮ ਵੀ ਕਰਦੇ ਆ, ਤੇ ਗੁਰੂ ਮਹਾਰਾਜ ਕਹਿੰਦੇ ਸੱਚ ਦਰਬਾਰ 'ਚੋਂ ਉਹ ਕਰਮ ਲੁਕਦਾ ਨਹੀਂ। ਅਸੀਂ ਕਹਿੰਦੇ ਕਿ ਸਾਨੂੰ ਕੋਈ ਦੇਖਦਾ ਨਹੀਂ ਹੈ, ਸਾਨੂੰ ਕਿਹੜਾ ਕੋਈ ਦੇਖਣ ਰਿਹਾ ਆ, ਅਸੀਂ ਜੋ ਮਰਜ਼ੀ ਕਰੀ ਜਾਈਏ। ਲੇਕਿਨ ਮਹਾਰਾਜ ਜੀ ਨੇ ਸਾਬਤ ਕਰ ਦਿੱਤਾ ਆ, ਇਹ ਕਹਿ ਦਿੱਤਾ ਆਪਣੀ ਬਾਣੀ ਦੇ ਵਿੱਚ ਕਿ ਭਲਿਆ ਇਹ ਯਕੀਨ ਕਰ ਲਈ ਕਿ ਜੋ ਤੂੰ ਕੱਚ ਦਾ ਕਰਮ ਕਰਨ ਡਿਆ ਹੈ, ਚਾਹੇ ਕਿਸੇ ਤਰ੍ਹਾਂ ਦੇ ਕਰਮ ਕਰਨ ਡਿਆ ਆ, ਉਹ ਸੱਚ ਦਰਬਾਰ ਵਿੱਚ ਛੁਪੇ ਨਹੀਂ ਜਾਣੇ, ਉੱਥੇ ਜ਼ਾਹਰ ਹੋ ਜਾਣੇ ਆ, ਉੱਥੇ ਜ਼ਾਹਰ ਹੋ ਜਾਣੇ ਆ। ਇਸ ਕਰਕੇ ਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਕਹਿੰਦੇ ਸਨ ਕਿ ਸੋਚ ਸਮਝ ਕੇ ਕਰਮ ਕਮਾਵਣਾ, ਕਰਮ ਜੰਜੀਰ ਵਿੱਚ ਬੱਧਿਆ ਨਾ ਜਾਵਣਾ, ਵੇਲਾ ਆਂਦਾ ਪਿਆਈਓ ਨੇੜੇ ਸਮਝ ਲੈ ਦੂਰ ਕੋਈ ਨਾ, ਤੈਨੂੰ ਤੇਰਿਆਂ ਕਰਮਾਂ ਨੇ ਮਾਰਨਾ, ਕਿਸੇ ਦਾ ਕਸੂਰ ਕੋਈ ਨਾ। ਇਹ ਸਤਿਗੁਰਾਂ ਨੇ ਆਪਣੇ ਸ਼ਬਦਾਂ ਵਿੱਚ ਕਹਿਤਾ। ਇਸ ਕਰਕੇ ਪਿਆਰੇ ਗੁਰਮੁਖੋ, ਕਿਉਂਕਿ ਸਤਿਗੁਰ ਜਿਹੜੇ ਹੁੰਦੇ ਨੇ, ਸੱਚੇ ਮਹਾਂਪੁਰਸ਼ ਹੁੰਦੇ ਨੇ, ਸੱਚੇ ਸੰਤ ਜੋ ਹੁੰਦੇ ਨੇ, ਸੱਚੇ ਗੁਰੂ ਹੁੰਦੇ ਨੇ, ਉਹ ਕੇਵਲ ਇੱਕ ਸੱਚ ਦੀ ਹੀ ਗੱਲ ਕਰਦੇ ਨੇ, ਭਾਵੇਂ ਉਹ ਸੱਚ ਭਾਵੇਂ ਖੁਦ ਦੇ ਬਾਹਰ ਕਿਉਂ ਨਾ ਕਰਦਾ ਹੋਵੇ, ਉਹਨਾਂ ਨੇ ਸੱਚ ਹੀ ਗੱਲ ਕਰਨੀ ਹੈ। ਕਿਉਂਕਿ ਸਤਸੰਗ ਵਿੱਚ ਹਮੇਸ਼ਾ ਝੂਠ ਨਹੀਂ ਹੁੰਦਾ, ਉੱਥੇ ਸੱਚ ਹੁੰਦਾ ਹੈ। ਇਸ ਕਰਕੇ ਸੱਚੋ ਸੱਚ ਕਮਾਉਣਾ ਜਿਹੜਾ ਹੁੰਦਾ ਹੈ, ਇਨਸਾਨ ਜੋ ਸੱਚੋ ਸੱਚ ਕਮਾਉਂਦਾ ਹੈ ਭਲਾ ਵੀ ਉਸੇ ਦਾ ਹੁੰਦਾ ਹੈ। ਬੇਸ਼ੱਕ ਸੱਚ ਕਮਾਉਂਦਿਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੇਸ਼ੱਕ ਸੱਚ ਦੇ ਚੱਲਦਿਆਂ ਬੜਾ ਡਗਮਗਾਉਂਦੀਆਂ ਇਹ ਰੂਹਾਂ, ਲੇਕਿਨ ਜੋ ਆਪਣੇ ਸਤਿਗੁਰ ਦਾ ਭਰੋਸਾ ਲੈ ਕਰਕੇ ਆਪਣੇ ਰਾਹ ਤੇ ਚੱਲਦੀਆਂ ਨੇ, ਡੋਲਦੀਆਂ ਨਹੀਂ ਹੈ, ਸਤਿਗੁਰ ਹਮੇਸ਼ਾ ਉਹਨਾਂ ਦੇ ਨਾਲ ਹੁੰਦਾ। ਪਿਆਰੇ ਗੁਰਮੁਖੋ, ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜੋ ਸਤਿਗੁਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਜਿਨ੍ਹਾਂ ਵਿੱਚ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਹਾਂ, ਇਹ ਦਾਤਾਂ ਦੇਣ ਵਾਲੇ ਨੂੰ ਜੋ ਯਾਦ ਰੱਖਦਾ ਹੈ, ਉਸ ਦੀ ਕਰਨੀ ਤੇ ਚੱਲਦਾ ਹੈ, ਉਸ ਦੇ ਹੁਕਮ ਤੇ ਚੱਲਦਾ ਹੈ। ਗੁਰੂ ਮਹਾਰਾਜ ਜੀ ਕਹਿੰਦੇ ਸदैव ਗੁਰੂ ਮਹਾਰਾਜ ਜੀ ਉਹਨਾਂ ਦੇ ਨਾਲ ਹੁੰਦੇ ਨੇ। ਕਿਉਂਕਿ ਨਾਲ ਕਿਸ ਤਰ੍ਹਾਂ ਹੁੰਦੇ ਨੇ ਪਿਆਰੇ ਗੁਰਮੁਖੋ, ਮਹਾਰਾਜ ਜੀ ਨੇ ਬਾਣੀ ਵਿੱਚ ਆਖਿਆ, ਬਖਤਾ ਕੇ ਮੈਂ ਮੁਖ ਬਸੂੰ, ਸ਼ਰੋਤਾ ਕੇ ਹੂੰ ਕਾਨ, ਗਿਆਨੀ ਕੇ ਮੈਂ ਹਿਰਦੇ ਬਸੂੰ, ਧਿਆਨੀ ਕੇ ਨਿਜ ਪ੍ਰਾਨ। ਇਹ ਬੜੀ ਵੱਡੀ ਗੱਲ ਗੁਰੂ ਸਾਹਿਬਾਂ ਨੇ ਕਿਹਾ। ਕਹਿੰਦੇ ਮਹਾਰਾਜ ਜੀ ਕਹਿੰਦੇ ਆ ਦੇਖੋ ਸੰਗਤਾਂ ਆਈਆਂ ਹੋਈਆਂ ਨੇ, ਤੁਸੀਂ ਕੀ ਸੋਚਦੇ ਹੋ ਕਿ ਪ੍ਰਮਾਤਮਾ ਤੁਹਾਡੇ ਤੋਂ ਦੂਰ ਹੈ? ਨਹੀਂ ਨਹੀਂ, ਪ੍ਰਮਾਤਮਾ ਤੁਹਾਡੇ ਬਿਲਕੁਲ ਨਾਲ ਹੈ। ਜੋ ਕਥਾ ਕਰਨ ਵਾਲਾ ਹੈ, ਸਤਸੰਗ ਕਰਨ ਵਾਲਾ ਹੈ, ਸੰਗਤਾਂ ਸੁਣਨ ਵਾਲੀਆਂ ਨੇ, ਗਿਆਨੀ ਧਿਆਨੀ ਜੋ ਹੁੰਦੇ ਨੇ, ਉਹ ਸਾਰਿਆਂ ਦੇ ਨਾਲ ਪ੍ਰਮਾਤਮਾ ਹੁੰਦੇ ਨੇ। ਉਹ ਦੱਸ ਰਹੇ ਨੇ ਮਹਾਰਾਜ ਕਹਿੰਦੇ ਕੋਈ ਕਥਾ ਕਰਨ ਵਾਲਾ, ਸਤਸੰਗ ਕਰਨ ਵਾਲਾ ਹੁੰਦਾ, ਉਹ ਪ੍ਰਮਾਤਮਾ ਕਿੱਥੇ ਰੱਖਦਾ, ਉਹਨੂੰ ਕਿੱਥੇ ਵਸਦਾ ਉਹਨਾਂ ਦੇ। तो महाराज जी ने कहता है बखता के मैं मुख बसू, जो कथा सुनाउंदा है महाराज जी कहते कि मैं उन्होंने मुख दे बसदा हाँ, और श्रोता के हूँ कान, ये जो सुनने वाली संगतां सरवणकारियां सतगुर दी बाणी नूं महाराज जी कहते मैं उन्होंने कान विच वसदा, कन्ना विच वसदा हाँ, और ज्ञानी के मैं हिरदे बसू, जिसनूं ज्ञान हो जाता है। प्यारे गुरमुखो, जानकारी वखरी है, ज्ञान वखरा है, ध्यान वखरा है। सारी दुनिया जानती है कि परमात्मा कन कन विच वसदा है, परमात्मा कन कन विच वसदा है, ये सारी दुनिया जानती है, जानकारी है, लेकिन ज्ञान नहीं कि है किथे है। अगर कन कन विच मैं देखना चाहना है तो मैंने कितना पता लगेगा प्यारे गुरमुखो। तो महाराज सच्चे पातशाह जी कहते हैं कि जानकारी जो हो जाती किसी चीज की, फिर ज्ञान होता कि वो है किथे है। एक तो है ना कन कन विच हैगा, एक कहता है किथे है,
ਗਿਆਨੀ ਕੇ ਹਿਰਦੇ ਵਸੂ, ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਆਉਂਦਾ ਆ। ਇਹ ਭਰੋਸਾ ਹੋ ਜਾਂਦਾ, ਯਕੀਨ ਹੋ ਜਾਂਦਾ ਕਿ ਪਰਮਾਤਮਾ, ਅਜੇ ਮੈਂ ਮਿਲਿਆ ਨਹੀਂ ਆ, ਅਜੇ ਮੈਂ ਮਿਲਿਆ ਨਹੀਂ ਆ ਪਰਮਾਤਮਾ ਨੂੰ, ਇਹ ਯਕੀਨ ਭਰੋਸਾ ਹੋ ਗਿਆ ਹੈ ਕਿ ਪਰਮਾਤਮਾ ਇਨਸਾਨ ਦੇ ਅੰਦਰ ਹੈ। ਜਿਹੜੇ ਜਿਸ ਗਿਆਨੀ ਨੂੰ ਪੁੱਛੋ ਕਿ ਪਰਮਾਤਮਾ ਕਿੱਥੇ ਹੈ, ਉਹ ਕਿਸੇ ਥਾਂ ਤੇ ਕਿ ਫਲਾਣੀ ਥਾਂ ਰਹਿੰਦਾ ਆ, ਜਾਂ ਜਲੰਧਰ ਰਹਿੰਦਾ, ਜਾਂ ਅੰਮ੍ਰਿਤਸਰ ਰਹਿੰਦਾ ਆ, ਜਾਂ ਇਧਰ ਕਟਰਾ ਜੰਮੂ ਰਹਿੰਦਾ ਆ, ਜਾਂ ਕੋਈ ਫਲਾਣੀ ਜਗ੍ਹਾ ਨੂੰ ਜਾ ਕੇ ਡੇਰੇ ਵਿੱਚ ਰਹਿੰਦਾ ਆ। ਇਹ ਨਹੀਂ ਹੈ। ਉਹ ਗਿਆਨੀ ਕਹਿੰਦਾ ਮੇਰੇ ਹਿਰਦੇ ਵਿੱਚ ਹੈ। ਗਿਆਨੀ ਕੇ ਮੈਂ ਹਿਰਦੇ ਵਸੂ, ਧਿਆਨੀ ਕੇ ਨਿਜ ਪ੍ਰਾਣ। ਇਹ ਬੜਾ ਵੱਡਾ, ਇੱਥੇ ਆ ਕੇ ਪਰਮਾਤਮਾ ਦੀ ਗੱਲ ਹੁੰਦੀ ਹੈ। ਇਹ ਸਟੈਪ ਸਟੈਪ ਜਦੋਂ ਕੋਈ ਭਜਨ ਲੈ ਕੇ ਜਿਸ ਨੂੰ ਭਰੋਸਾ ਹੁੰਦਾ ਕਿ ਪਰਮਾਤਮਾ ਅੰਦਰ ਹੈ, ਉਹ ਪਰਮਾਤਮਾ ਨੂੰ ਮਿਲਣਾ ਹੈ, ਇਹ ਮੈਨੂੰ ਕਿੱਥੋਂ ਪਤਾ ਲੱਗੂਗਾ, ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸੰਗਤਾਂ ਵਿੱਚ ਮੇਰੇ ਸਤਿਗੁਰ ਵਸਦੇ, ਨਾਮ ਜਪਣ ਦਾ ਭੇਦ ਉਹ ਦੱਸਦੇ, ਉਹਨਾਂ ਗੁਰੂਆਂ ਨੂੰ ਮਿਲਿਆ ਜਾਂਦਾ ਹੈ, ਉਹਨਾਂ ਸਤਿਗੁਰ ਨੂੰ ਮਿਲਿਆ ਜਾਂਦਾ ਹੈ ਜੋ ਇਸ ਦਾ ਭੇਤੀ ਹੈ। ਜੋ ਕੋ ਪ੍ਰਾਣੀ ਸਤਸੰਗ ਸਰਵਣ ਕਰਕੇ ਜਿਸ ਨੂੰ ਭਰੋਸਾ ਔਰ ਪ੍ਰੇਮ ਹੋ ਜਾਂਦਾ ਹੈ ਗੁਰੂ ਮਹਾਰਾਜ ਜੀ ਨਾਲ, ਉਹ ਉਹਨਾਂ ਦੇ ਕੋਲ ਆਉਂਦੇ ਨੇ ਔਰ ਆਪਣੀ ਵਿਅਰਥਾ ਸੁਣਾਉਂਦੇ ਨੇ ਕਿ ਮਹਾਰਾਜ ਮੈਨੂੰ ਤੁਹਾਡੇ ਇਸ ਸਤਸੰਗ ਵਿੱਚ, ਮੈਨੂੰ ਤੁਹਾਡੇ ਇਸ ਬਾਣੀ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਪਰਮਾਤਮਾ ਮੇਰੇ ਹਿਰਦੇ ਵਿੱਚ ਵਸਦਾ ਹੈ, ਉਹ ਬਾਹਰ ਕਿਤੇ ਹੈ ਹੀ ਨਹੀਂ ਹੈ। ਹੁਣ ਸੱਚੇ ਪਾਤਸ਼ਾਹ ਜੀ ਵੀ ਮੈਨੂੰ ਪਤਾ ਲੱਗਿਆ ਹੈ ਕਿ ਇਹ ਮਾਨਸ ਜਨਮ ਜਿਹੜਾ ਹੈ ਇਹ ਆਖਰੀ ਪੌੜੀ ਹੈ। ਤੈਨੂੰ ਮਿਲਣ ਦੀ ਉਸ ਮਾਲਕ ਦੇ ਮਹੱਲ ਵਿੱਚ, ਬੇਗਮਪੁਰੇ ਜਾਣ ਦੇ ਵਿੱਚ, ਇਹ ਮਹੱਲ ਦੀ ਪੌੜੀ ਜੋ ਲੱਗੀ ਹੋਈ ਹੈ ਇਹ ਆਖਰੀ ਡੰਡਾ ਹੈ। ਹੁਣ ਅਗਰ ਮੈਂ ਇੱਥੋਂ ਚੁੱਕ ਗਿਆ ਤੇ ਮੇਰਾ ਮੁਸ਼ਕਿਲ ਹੋ ਜਾਣਾ ਹੈ, ਮੁੜ ਮੈਂ 84 ਵਿੱਚ ਆ ਜਾਣਾ ਹੈ। ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਕਿ ਮੈਂ ਇਸ ਪੌੜੀ ਤੇ ਚੜਿਆ ਹੋਇਆ ਹਾਂ, ਮੈਂ ਅੱਗੇ ਕਿਤਰਾ ਜਾਵਾਂ, ਮੈਂ ਕਿਤਰਾ ਮੈਨੂੰ ਪਛਾਣ ਹੋਵੇਗੀ, ਮੈਂ ਕਿਹਨੂੰ ਦਿਖਾਂਗਾ ਜਾ ਕੇ, ਮੈਨੂੰ ਭਰੋਸਾ ਹੋਏਗਾ ਕਿ ਪਰਮਾਤਮਾ ਹੈ। ਤੋ ਪਿਆਰੇ ਗੁਰਮੁਖੋ, ਧਿਆਨੀ ਕੇ ਨਿਜ ਪ੍ਰਾਣ। ਜਦੋਂ ਮਹਾਰਾਜ ਜੀ ਕਹਿੰਦੇ ਨੇ ਕਿ ਆ ਸ਼ਬਦਿਓ ਇਹਦਾ ਤੂੰ ਜਾਪ ਕਰਨਾ ਹੈ, ਇਹਦਾ ਫਿਰ ਤੂੰ ਬਹਿ ਕਰਕੇ ਆਸਣ ਲਗਾ ਕਰਕੇ ਇਸ ਜੁਗਤੀ ਦੇ ਨਾਲ ਤੂੰ ਉਸ ਦਾ ਧਿਆਨ ਕਰਨਾ ਹੈ, ਔਰ ਜਿਹੜੇ ਤੇਰੇ ਵਿੱਚ ਸਾਹ ਆ ਔਰ ਜਾ ਰਹੇ ਨੇ ਇਹਨਾਂ ਨੂੰ ਤੂੰ ਧਿਆਨ ਕਰਨਾ ਹੈ, ਇਹਨਾਂ ਨੂੰ ਧਿਆਨ ਕਰਕੇ ਤੂੰ ਸੁਣਨਾ ਹੈ। ਕਿਉਂਕਿ ਇਹ ਜੋ ਤੇਰਾ ਸਾਹ ਆ ਔਰ ਜਾ ਰਿਹਾ ਨਾ, ਇਹ ਕੁਝ ਕਹਿ ਰਿਹਾ ਤੈਨੂੰ, ਇਹ ਤੈਨੂੰ ਕੋਈ ਸੁਨੇਹਾ ਦੇ ਰਿਹਾ ਹੈ, ਇਹ ਤੈਨੂੰ ਉਹਦੇ ਨਾਲ ਮਿਲਾਏਗਾ ਜਿੱਥੋਂ ਤੂੰ ਵਿਛੜਿਆ ਹੋਇਆ ਹੈ। ਤੋ ਇਸੇ ਕਰਕੇ ਪਿਆਰੇ ਗੁਰਮੁਖੋ, ਜਦੋਂ ਸਿਮਰਨ ਪੰਜ ਸ਼ਬਦ ਦਾ ਕੀਤਾ ਜਾਂਦਾ ਹੈ, ਫਿਰ ਮਹਾਰਾਜ ਜੀ ਕਹਿੰਦੇ ਇੱਕ ਸ਼ਬਦ ਦਾ ਧਿਆਨ ਕਰਕੇ ਤੂੰ ਭਜਨ ਕਰਨਾ ਹੈ ਔਰ ਸਵਾਸਾਂ ਦੇ ਨਾਲ ਉਸ ਨੂੰ ਸੁਣਨਾ ਹੈ। ਸਵਾਸਾਂ ਨੂੰ ਤੂੰ ਰਿੜਕਣਾ ਹੈ, ਰਿੜਕਣ ਦੇ ਨਾਲ ਤੂੰ ਆਪਣੇ ਸਵਾਸਾਂ ਤੇ ਬ੍ਰੇਕ ਲਗਾਣੀ ਹੈ। ਜਦੋਂ ਬ੍ਰੇਕ ਲਗਾਣੀ ਹੈ, ਤੇਰੇ ਅੰਦਰ ਇੱਕ ਆਵਾਜ਼, ਛੁਪ ਛੁਪ ਦੇਵੇ ਆਵਾਜ਼, ਆਪਨੇ ਹੁਣੇ ਸ਼ਬਦ ਸੁਣੇ ਨਾ, ਉਹ ਆਵਾਜ਼ ਜਦੋਂ ਤੈਨੂੰ ਸੁਣਾਈ ਦੇਗੀ ਤਾਂ ਫਿਰ ਪਿਆਰੇ ਗੁਰਮਖੋ ਤੇਰੇ ਭਰਮ ਪਖੰਡ ਜਿਹੜੇ ਸਭ ਦੂਰ ਹੋ ਜਾਣਗੇ। ਮਹਾਰਾਜ ਗੁਰੂ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਲਿਖਿਆ ਹੈ, ਸੋ ਹੰਗ ਨਾਮ ਕੀ ਤੋਨਾ ਲਗੀ ਦਿਲ ਕੇ ਅੰਦਰ ਆਪ, ਕਹੇ ਰਵਿਦਾਸ ਭਗਵਾਨ ਨੇ ਦਾਸ ਦੀਏ ਜਗ ਤਾਰ। ਅਸੀਂ ਦੁਨੀਆ ਤੇ ਤਰਨ ਵਾਸਤੇ ਆਏ ਆ ਪਿਆਰੇ ਗੁਰਮਖੋ, ਅਸੀਂ ਕਿਹੜੀਆਂ ਸੋਚਾਂ ਲੈ ਕੇ ਬੈਠੇ ਹੋਏ ਹਾਂ, ਅਸੀਂ ਕਿਹੜੇ ਵੱਲ ਆਪਣਾ ਮੁੱਖ ਕੀਤਾ ਹੋਇਆ ਹੈ। ਇਹਦੇ ਵੱਲ, ਰੂਹਾਨੀਅਤ ਵੱਲ ਆਪਣਾ ਮੁੱਖ ਮੋੜੋ ਪਿਆਰੇ ਗੁਰਮਖੋ, ਜਿੱਥੇ ਜਾ ਕਰਕੇ ਤੁਹਾਨੂੰ ਅਸਲੀ ਦਾ ਪਤਾ ਲੱਗਣਾ ਹੈ। ਤੁਸੀਂ ਤੇ ਬਸ ਉਹੀ ਗੱਲ ਹੈ ਕਿ ਢੋਲ ਵੱਜ ਰਿਹਾ ਤੁਸੀਂ ਨੱਚੀ ਜਾ ਰਹੇ ਹੋ, ਢੋਲ ਵੱਜ ਰਿਹਾ ਤੁਸੀਂ ਨੱਚੀ ਜਾ ਰਹੇ, ਲੇਕਿਨ ਢੋਲ ਕੀ